ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਗਨ ਨ ਕੇ ਨਾਸਕ, ਬਿਗਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ,
ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਚਉਪਈ ਸ੍ਰੀ ਗੁਰ ਕਿਰਖੀ ਕਾਜ ਕਰਾਵੈ। ਅਣਖ ਸਿੱਖ ਮਿਲ ਕਾਰ ਕਮਾਵੈ। ਹੋਵੇ ਅੰਨ ਅਤੂਟ ਕੀ ਧਾਰਾ, ਖਲਵਾਰੇ ਬਹੁ ਲਗੇ ਅਪਾਰਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਅੱਜ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਆਓ ਪ੍ਰਸੰਗ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿਤਨੇ ਵੀ ਜੁੜ ਬੈਠੇ ਹੋ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਹਾਜ਼ਰੀ ਲਵਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਕਿਰਖੀ ਕਾਜ ਕਰਾਵੈ। ਅਣਖ ਸਿੱਖ ਮਿਲ ਕਾਰ ਕਮਾਵੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਖੇਤੀ ਕਰਦੇ ਨੇ। ਬਹੁਤ ਸਾਰੇ ਸਿੱਖ, ਬਹੁਤ ਸਾਰੇ ਸੇਵਕ ਉਹਨਾਂ ਤੋਂ ਗੁਰੂ ਸਾਹਿਬ ਜੀ ਖੇਤੀ ਕਰਵਾਉਂਦੇ ਨੇ, ਨਾਲ ਕਰਦੇ ਨੇ। ਔਰ ਅਨੇਕਾਂ ਸਿੱਖ ਨੇ ਜਿਹੜੇ ਇਸ ਕੰਮ ਨੂੰ ਸੇਵਾ ਸਮਝ ਕੇ ਸੇਵਾ ਕਰਦੇ ਨੇ। ਹੋਵੇ ਅੰਨ ਅਤੂਟ ਕੀ ਧਾਰਾ, ਖਲਵਾਰੇ ਬਹੁ ਲਗੇ ਅਪਾਰਾ। ਅਨਾਜ ਅਤੁੱਟ ਪੈਦਾ ਹੁੰਦਾ ਜਿਹਦੀ ਟੂਟ ਨਹੀਂ ਹੁੰਦੀ। ਵੱਡੇ ਵੱਡੇ ਖਲਵਾੜੇ, ਵੱਡੇ ਵੱਡੇ ਬੋਰ ਲੱਗਦੇ ਨੇ, ਪਰ ਇਹ ਪੈਦਾ ਹੋਇਆ ਅਨਾਜ ਜਿਹੜਾ ਹੈ ਇਹ ਮੰਡੀਆਂ ਦੇ ਵਿੱਚ ਲਿਜਾ ਕੇ ਵੇਚਿਆ ਨਹੀਂ ਸੀ ਜਾਂਦਾ। ਜਿੰਨਾ ਵੀ ਪੈਦਾ ਹੁੰਦਾ ਸੀ ਇਹ ਸੰਗਤਾਂ ਦੇ ਲੰਗਰ ਵਾਸਤੇ ਰੱਖ ਲਿਆ ਜਾਂਦਾ ਸੀ। ਦਰ ਲੋ ਕੋਠੇ ਭਰ ਕਰ ਸਾਰੇ, ਦੇਗ ਚਲਾਵੇਂ ਸਦਾ ਉਧਾਰੇ। ਵੱਡੇ ਵੱਡੇ ਕੁੱਠ ਦਰਵਾਜ਼ਿਆਂ ਤੱਕ ਭਰ ਭਰ ਕੇ ਅਨਾਜ ਦੇ ਰੱਖ ਲਏ ਜਾਂਦੇ ਸਨ ਔਰ ਫਿਰ ਉਸੇ ਅਨਾਜ ਦਾ ਲੰਗਰ ਚੱਲਦਾ ਸੀ। ਦੇਣ ਲੱਗੇ ਹੋਵਤ ਪੁਨ ਸਾਰਾ, ਜਾਮ ਲਿਸਾਲੋ ਅਖੁੱਟ ਆਹਾਰਾ। ਔਰ ਸਵੇਰ ਹੁੰਦੇ ਸਵੇਰੇ ਸਵਖਤ ਇਹ ਲੰਗਰ ਚਾਲੂ ਹੋ ਜਾਂਦਾ ਸੀ ਤੇ ਰਾਤ ਨੂੰ ਪਹਿਰ ਰਾਤ ਤੱਕ ਲੰਗਰ ਜਿਹੜਾ ਅਟੁੱਟ ਵਰਤਦਾ ਸੀ। ਔਰ ਪਹਿਰ ਰਾਤ ਤੋਂ ਬਾਅਦ ਵੀ ਜੇ ਕੋਈ ਆਵੇ ਲੇਟ ਰਾਤ ਨੂੰ ਆਵੇ ਫਿਰ ਵੀ ਇਸ ਘਰ ਦੇ ਵਿੱਚੋਂ ਕੋਈ ਆ ਕੇ ਭੁੱਖਾ ਨਹੀਂ ਸੀ ਸੌਂਦਾ। ਦੂਰ ਦੇਸ਼ ਤੇ ਨਾਰ ਮਿਟ ਬ੍ਰਿੰਦਾ, ਆਵੇਂ ਦਰਸ ਕਰੇ ਸੁਖ ਕੰਦਾ। ਦੂਰ ਦੂਰ ਦੇਸ਼ਾਂ ਤੋਂ ਮਨੁੱਖ ਇਕੱਠੇ ਹੋ ਕੇ ਆਉਂਦੇ ਨੇ, ਆ ਕੇ ਸੁੱਖਾਂ ਦੇ ਦਾਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ।
ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਆਪ ਹੱਥੀਂ ਕਿਰਤ ਕਰਕੇ ਆਏ ਹੋਏ ਸਿੱਖਾਂ ਨੂੰ ਇੱਕ ਉਪਦੇਸ਼ ਦਿੰਦੇ ਨੇ, ਹਰ ਕਿਸੇ ਨੂੰ ਦਿੰਦੇ ਨੇ ਔਰ ਅੱਜ ਸਾਨੂੰ ਵੀ ਦਿੰਦੇ ਨੇ ਕਿ ਸਭ ਤੋਂ ਪਹਿਲਾਂ ਭਾਈ ਕਿਰਤ ਕਰੋ, ਵੰਡ ਛਕੋ। ਨਾਮ ਜਪਣਾ ਬੜਾ ਜ਼ਰੂਰੀ ਹੈ। ਨਾਮ ਜਪੋ, ਫਿਰ ਕਿਰਤ ਕਰੋ ਤੇ ਵੰਡ ਕੇ ਛਕੋ। ਬ੍ਰਹਮਚਾਰੀ ਜੇ ਬੈਰਾਗੀ ਗਿਆਨੀ, ਤਪੀ ਅਤੀਤ ਦਿਗੰਬਰ ਧਿਆਨੀ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਦਰ 'ਤੇ ਕੇਵਲ ਸਿੱਖ ਹੀ ਨਹੀਂ ਆਉਂਦੇ, ਕੇਵਲ ਇਕੱਲੇ ਹਿੰਦੂ ਹੀ ਨਹੀਂ ਆਉਂਦੇ, ਇੱਥੇ ਬ੍ਰਹਮਚਾਰੀ ਵੀ ਆਉਂਦੇ ਨੇ, ਇੱਥੇ ਬੈਰਾਗੀ ਵੀ ਆਉਂਦੇ ਨੇ, ਵੱਡੇ ਵੱਡੇ ਪੰਡਤ ਗਿਆਨੀ ਵੀ ਆਉਂਦੇ ਨੇ, ਵੱਡੇ ਵੱਡੇ ਤਪੀਸਰ ਅਤੀਤ ਤੇ ਜਿਹੜੇ ਦਿਗੰਬਰ ਨੇ ਉਹ ਵੀ ਆ ਕੇ ਦਰਸ਼ਨ ਕਰਦੇ ਨੇ। ਔਰ ਇਹ ਜਿਹੜੇ ਦਿਗੰਬਰ ਨੇ ਇਹ ਜੈਨੀਆਂ ਦੀ ਇੱਕ ਸ਼ਾਖਾ ਹੈ, ਆਪ ਜੀ ਜਾਣਦੇ ਹੋ। ਇਹ ਨਿਰਵਸਤਰ ਰਹਿੰਦੇ ਨੇ, ਤਨ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਪਾਉਂਦੇ। ਇਹ ਵੀ ਆ ਕੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰਦੇ ਨੇ। ਜੋਗੀ ਪੰਡਤ ਬਹੁ ਸੰਨਿਆਸੀ, ਹਿੰਦੂ ਤੁਰਕ ਆਵੇਂ ਗੁਰ ਪਾਸੀ। ਵੱਡੇ ਵੱਡੇ ਜੋਗੀ ਪੰਡਤ ਸੰਨਿਆਸੀ ਹਿੰਦੂ ਤੁਰਕ ਸਾਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਨੇ। ਰਾਏ ਰੰਕ ਜੋ ਧਰ ਅਬਿਲਾਖਾ, ਦਰਸ਼ਨ ਕਰਹਿ ਸੋ ਪੂਰਹਿ ਕਾਂਖਾ। ਇੱਥੇ ਰਾਜੇ ਵੀ ਆਉਂਦੇ ਨੇ, ਇੱਥੇ ਰੰਕ ਵੀ ਆਉਂਦੇ ਨੇ ਔਰ ਸਾਰੇ ਆਪੋ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਨੇ ਔਰ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਮਨੋਕਾਮਨਾ ਪੂਰੀਆਂ ਕਰਕੇ ਲੈ ਜਾਂਦੇ ਨੇ। ਦੇਹ ਉਪਾਇਣ ਲੇਹ ਸੋ ਨਾਹੀ, ਕੀਰਤ ਪਸਰੀ ਸਭ ਭਵ ਮਾਹੀ। ਔਰ ਕੁਛ ਇੱਥੇ ਆ ਕੇ ਜਿਹੜੇ ਧਨਾੜ ਲੋਕ ਨੇ ਉਹ ਕੁਝ ਭੇਟਾ ਦੇਣ ਦਾ ਯਤਨ ਵੀ ਕਰਦੇ ਨੇ। ਆਮ ਸਿੱਖ ਵੀ ਭੇਟਾ ਲੈ ਕੇ ਆਉਂਦੇ ਨੇ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਕਰਤਾਰਪੁਰ ਦੀ ਧਰਤੀ ਰਹਿੰਦਿਆਂ ਇਹ ਭੇਟਾ ਸਵੀਕਾਰ ਨਹੀਂ ਕਰਦੇ। ਭੇਟਾ ਲੈਂਦੇ ਨੇ ਕਿ ਭਾਈ ਸਾਨੂੰ ਨਹੀਂ, ਜਿੱਥੇ ਕਿਤੇ ਲੋੜ ਹੈ ਕਿਸੇ ਗਰੀਬ ਦੀ ਮਦਦ ਕਰੋ, ਕਿਸੇ ਲੋੜਵੰਦ ਨੂੰ ਦਿਓ। ਕਿਉਂਕਿ ਇੱਥੇ ਜਿਹੜਾ ਲੰਗਰ ਚੱਲਣਾ ਉਹ ਗੁਰੂ ਸਾਹਿਬ ਜੀ ਆਪ ਖੇਤੀ ਕਰਦੇ ਨੇ ਔਰ ਉੱਥੋਂ ਲੰਗਰ ਜਿਹੜਾ ਚੱਲਦਾ ਉੱਥੇ ਟੂਟ ਆਉਂਦੀ ਕੋਈ। ਸਤਿਗੁਰੂ ਜੀ ਦੀ ਇਹ ਕੀਰਤੀ ਜਿਹੜੀ ਦੂਰ ਦੂਰ ਤੱਕ ਸਾਰੇ ਸੰਸਾਰ ਵਿੱਚ ਫੈਲ ਗਈ ਕਿ ਅਟੁੱਟ ਲੰਗਰ ਚੱਲਦਾ ਹੈ, ਵੱਡਾ ਲੰਗਰ ਚੱਲਦਾ ਹੈ ਔਰ ਗੁਰੂ ਸਾਹਿਬ ਜੀ ਕਿਸੇ ਤੋਂ ਭੇਟਾ ਵੀ ਨਹੀਂ ਲੈਂਦੇ। ਫਿਰ ਇਹ ਕਿ ਪ੍ਰਾਂਤ ਮਹਾਨਨ ਭੁੱਲੀ, ਸਭ ਜਗ ਕਿਤੋਂ ਚੰਬੇਲੀ ਫੁੱਲੀ। ਕਹਿੰਦੇ ਸਤਿਗੁਰੂ ਜੀ ਦੀ ਕੀਰਤ ਇਸ ਤਰ੍ਹਾਂ ਫੈਲ ਗਈ ਜਿਵੇਂ ਹਿੰਸਾਂ ਦੀ ਡਾਰ ਫੁੱਲੀ ਫਿਰਦੀ ਹੋਵੇ, ਉੱਡਦੀ ਫਿਰਦੀ ਹੋਵੇ ਤੇ ਜਿੱਧਰ ਨੂੰ ਜਾਂਦੀ ਹੋਵੇ ਬਸ ਉੱਧਰ ਧੰਨ ਧੰਨ ਹੀ ਕਰਾਉਂਦੀ ਹੋਵੇ। ਪਾਓ ਕਿ ਹਰ ਥਾਂ 'ਤੇ ਗੁਰੂ ਸਾਹਿਬ ਦੀ ਮਹਿਮਾ ਇਸੇ ਤਰ੍ਹਾਂ ਖਿਲਰੀ ਹੈ। ਕਵੀ ਰਾਜ ਨੇ ਉਦਾਹਰਨ ਦਿੱਤੀ, ਜਿਵੇਂ ਚੰਬੇਲੀ ਦੇ ਫੁੱਲ ਖਿੜਿਆ ਹੋਵੇ ਤੇ ਉਹਦੀ ਸੁਗੰਧ ਫਿਰ ਦੂਰ ਤੱਕ ਫੈਲਦੀ ਹੈ। ਬਸ ਇਸੇ ਤਰ੍ਹਾਂ ਦੀ ਗੁਰੂ ਸਾਹਿਬ ਦੀ ਉਹ ਮਹਿਮਾ ਉਹ ਕੀਰਤੀ ਹੈ, ਦੂਰ ਤੱਕ ਫੈਲ ਗਈ। ਚੰਦ ਚੰਦਰਕਾ ਘਰ ਘਰ ਛਾਈ, ਜਹ ਕਹਿ ਪਾਰ ਨ ਪਾਇਓ ਜਾਈ। ਜਿਵੇਂ ਚੰਦਰਮਾ ਦੀ ਚਾਂਦਨੀ ਉਹ ਘਰ ਘਰ ਦੇ ਵਿੱਚ ਪ੍ਰਕਾਸ਼ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਦੀ ਗੁਰੂ ਸਾਹਿਬ ਦੀ ਮਹਿਮਾ ਸੀ ਕਿ ਘਰ ਘਰ ਦੇ ਵਿੱਚ ਹੁੰਦੀ, ਆਰਾ ਪਾਰ ਨਹੀਂ ਪਾਇਆ ਜਾਂਦਾ। ਸੁਣ ਕੈ ਸੋ ਜਾਸੋ ਹੋਤ ਮਨ ਚਾਉ, ਆਏ ਬਲੋਕੈ ਧਰ ਕੈ ਭਾਉ। ਹੁਣ ਸਤਿਗੁਰੂ ਜੀ ਦੀ ਐਸੀ ਵਡਿਆਈ ਜਿਹੜਾ ਵੀ ਸੁਣਦਾ ਹੈ, ਚਾਹੇ ਉਹ ਹਿੰਦੂ ਸੁਣਦਾ ਹੈ, ਤੁਰਕ ਸੁਣਦਾ ਹੈ, ਉਹ ਕੋਈ ਦਿਗੰਬਰ ਸੁਣਦਾ, ਪੰਡਤ ਸੁਣਦਾ, ਸੰਨਿਆਸੀ ਸੁਣਦਾ, ਜੋਗੀ ਸੁਣਦਾ ਹੈ, ਤੇ ਮਨ ਦੇ ਵਿੱਚ ਇੱਕ ਬਦੋ ਬਦੀ ਖਿੱਚ ਹੁੰਦੀ ਕਿ ਇੱਕ ਵਾਰੀ ਜਾ ਕੇ ਵੇਖੀਏ ਤਾਂ ਸਹੀ। ਜਿਨ੍ਹਾਂ ਦੇ ਲੋਕ ਇੰਨੀ ਸਿਫਤ ਕਰਦੇ ਨੇ, ਇੱਕ ਵਾਰੀ ਜਾ ਕੇ ਦਰਸ਼ਨ ਤੇ ਕਰੀਏ। ਦੂਰ ਹੁਤੇ ਸਭ ਬਦ ਬਦ ਟੋਲਾ, ਹੈ ਵਿਸਮੀਪ ਸੁਖ ਲਹੇ ਅਮੋਲਾ। ਜਿਹੜੇ ਦੂਰ ਦਰਾਡੇ ਰਹਿੰਦੇ ਨੇ ਉਹ ਲੋਕ ਫਿਰ ਟੋਲੇ ਬਣ ਬਣ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ।
ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਮੋਲਕ ਦਰਸ਼ਨ ਕਰਕੇ ਬੜਾ ਸੁੱਖ ਪ੍ਰਾਪਤ ਕਰਦੇ ਨੇ। ਸ੍ਰੀ ਨਾਨਕ ਸਾਰੇ ਉਪਮਾ ਕੇ ਜੁਤ ਸਰਬ ਉਚਾਰੇ। ਔਰ ਜਿਹੜੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਫਿਰ ਰਾਹ ਦੇ ਵਿੱਚ ਬਸ ਇੱਕੋ ਹੀ ਗੱਲ ਕਹਿੰਦੇ ਨੇ, ਸ੍ਰੀ ਨਾਨਕ ਧੰਨ ਸ੍ਰੀ ਨਾਨਕ। ਧੰਨ ਗੁਰੂ ਨਾਨਕ ਕਹਿੰਦੇ ਹੋਏ ਗੁਰੂ ਸਾਹਿਬ ਦੀ ਉਪਮਾ ਕਰਦੇ ਹੋਏ ਆਉਂਦੇ ਨੇ। ਏਕ ਸਮੈ ਸੰਗਤ ਬਹੁ ਆਈ, ਚਹੁ ਦਿਸ ਤੇ ਕਛ ਗੁਣ ਨਾ ਜਾਈ। ਕਵੀ ਰਾਜ ਕਹਿੰਦੇ ਨੇ ਕਿਸੇ ਤਰ੍ਹਾਂ ਇੱਕ ਵਾਰੀ ਸਤਿਗੁਰ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਚਾਰੇ ਪਾਸਿਆਂ ਤੋਂ ਸੰਗਤ ਆਈ, ਔਰ ਜਿਨ੍ਹਾਂ ਦੀ ਗਿਣਤੀ ਇੰਨੀ ਸੀ ਕਿ ਗਿਣੀ ਨਹੀਂ ਸੀ ਜਾਂਦੀ। ਕਈ ਹਜ਼ਾਰ ਨਗਰ ਕਰਤਾਰਾ, ਮਨ ਮਿਲੇ ਨਾ ਪਾਇਤ ਪਾਰਾ। ਔਰ ਸੰਗਤ 1000 2000 ਨਹੀਂ, ਕਵੀ ਰਾਜ ਕਹਿੰਦੇ ਨੇ ਕਈ ਹਜ਼ਾਰ ਦੀ ਗਿਣਤੀ ਸੀ, ਜਿਨਦੀ ਗਿਣਤੀ ਕੀਤੀ ਨਹੀਂ ਸੀ ਜਾਂਦੀ। ਔਰ ਇਹਦੀ ਗਿਣਤੀ ਕਵੀ ਸੰਤੋਖ ਸਿੰਘ ਨੇ ਅੱਗੇ ਜਾ ਕੇ ਲਿਖੀ ਵੀ ਹੈ, ਤਕਰੀਬਨ 24000 ਦੇ ਕਰੀਬ ਸਿੱਖ ਆਏ ਸਨ, ਕਿ ਜਿਹੜੇ ਕਰਤਾਰਪੁਰ ਸਾਹਿਬ ਦੇ ਵਿੱਚ ਆਏ ਨੇ। ਜਿੱਥੇ ਜਿੱਥੇ ਥਾਂ ਮਿਲੀ, ਧਰੇ ਕਾਮਨਾ ਦਰਸ਼ਨ ਕਰਹੀਂ, ਬਿਨ ਸੰਸੈ ਮਨ ਵਾਂਛਿਤ ਪੁਰਹੀਂ। ਔਰ ਸਾਰੇ ਆਪਣੇ ਅੰਦਰ ਕੋਈ ਨਾ ਕੋਈ ਕਾਮਨਾ, ਕੋਈ ਨਾ ਕੋਈ ਭਾਵਨਾ ਲੈ ਕੇ ਆਏ। ਸਾਰਿਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਸ਼ੰਕਾ ਤੋਂ ਸਾਰੇ ਮੁਕਤ ਹੋਏ, ਸਾਰਿਆਂ ਦੀਆਂ ਕਾਮਨਾਵਾਂ, ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਹੋਈਆਂ। ਭਏ ਪੇਵਾਵਰ ਕੀਨ ਬਸੇਰਾ, ਪੁਰ ਕੇ ਚਹੁੰਦਿਸ ਪਸਰਿਓ ਡੇਰਾ। ਹੁਣ ਜਦੋਂ ਰਾਤ ਹੋ ਗਈ, ਸ਼ਾਮਾਂ ਦਾ ਸਮਾਂ, ਇੰਨੀ ਸੰਗਤ, ਤੇ ਫਿਰ ਇੰਨੀ ਸੰਗਤ ਨੇ ਰਾਤ ਰੁਕਣਾ ਹੈ। ਕਰਤਾਰਪੁਰ ਨਗਰ ਦੇ 4 ਚੁਫੇਰੇ ਬਾਹਰ ਤੱਕ ਜਿਵੇਂ ਜਿਵੇਂ ਕਿਸੇ ਕੋਲ ਸਾਧਨ ਸਨ, ਕਿਸੇ ਨੇ ਕੋਈ ਤੰਬੂ ਲਾਇਆ, ਕੋਈ ਕਨਾਤ ਲਾਈ, ਕਿਸੇ ਨੇ ਖੁੱਲ੍ਹੇ ਦੇ ਵਿੱਚ ਆਪਣਾ ਚਾਦਰ ਵਿਛਾਈ ਤੇ ਆਰਾਮ ਕਰਦੇ ਨੇ। ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਜਿੱਧਰ ਦੇਖੋ ਸੰਗਤਾਂ ਦੇ ਡੇਰੇ ਡੇਰੇ। ਤਬ ਹੀ ਘਟ ਘੁੰਮਰ ਕਰ ਆਈ, ਬਰਖਤ ਜਲ ਕੇ ਸ਼ਹਿਬਰ ਲਾਈ। ਸੰਗਤਾਂ ਨੇ ਹਜੇ ਆਪਣੇ ਮਾੜੇ ਮੋਟੇ ਜਿਹੜੇ ਤੰਬੂ ਲਾਏ ਸਨ, ਥਾਂ ਥਾਂ ਜਾ ਕੇ ਹਜੇ ਬੈਠੇ ਸਨ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲੀਲਾ ਵਰਤਾਈ, ਕੁਦਰਤ ਦੀ ਖੇਡ ਕਹਿ ਲਈਏ, ਕਿ ਉਸੇ ਵੇਲੇ ਜਿਹੜੇ ਬੱਦਲ ਨੇ ਘਟਾ ਪੂਰੀ ਚੜ੍ਹ ਕੇ ਆ ਗਈ, ਤੇ ਇਕੱਲੀ ਘਟਾ ਹੀ ਨਹੀਂ ਆਈ। ਬਰਖਤ ਜਲ ਕੇ ਸ਼ਹਿਬਰ ਲਾਈ, ਇਸ ਮੀਂਹ ਨੇ ਸਾਰੇ ਪਾਸੇ ਸ਼ਹਿਬਰ ਲਾ ਦਿੱਤੀ। ਇਹਨਾਂ ਮੀਂਹ ਪਿਆ ਕੇ ਸਾਰੇ ਪਾਸੇ ਪਾਣੀ ਪਾਣੀ ਜਲ ਥਲ ਹੋ ਗਿਆ। ਬੀਤੇ ਨਿਸਪੁਨ ਪਾਪੁਣ ਸਾਰਾ, ਸਗਰੋ ਦਿਵਸ ਪਰਤ ਰਹਿਓ ਬਾਰਾ। ਕਹਿੰਦੇ ਉਹ ਸਾਰੀ ਰਾਤ ਮੀਂਹ ਪੈਂਦਾ ਰਿਹਾ, ਦਿਨ ਚੜ੍ਹ ਗਿਆ ਪਰ ਮੀਂਹ ਨਹੀਂ ਰੁਕਿਆ। ਅਗਲੇ ਦਿਨ ਸਾਰਾ ਦਿਨ ਵੀ ਮੀਂਹ ਪੈਂਦਾ ਰਿਹਾ। ਬਹੁਰ ਨਾ ਹਟੇ ਬੀਤੇ ਦਿਨ ਦੋ, ਬਿਨ ਆਹਾਰ ਆਤੁਰ ਸਭ ਕੋ। ਪਰ ਉਹ ਸਾਰਾ ਦਿਨ ਪੈ ਕੇ ਵੀ ਮੀਂਹ 1 ਮਿੰਟ ਲਈ ਨਹੀਂ ਰੁਕਿਆ। ਅਗਲੀ ਰਾਤ ਫਿਰ ਪੈਂਦਾ ਰਿਹਾ, ਅਗਲਾ ਦਿਨ ਚੜ੍ਹ ਗਿਆ, ਫਿਰ ਪੈਂਦਾ ਰਿਹਾ। 2 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਔਰ 2 ਦਿਨ ਕਿਸੇ ਨੂੰ ਉੱਤੇ ਪ੍ਰਸ਼ਾਦਾ ਨਹੀਂ ਮਿਲਿਆ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ ਕਿ ਮੀਂਹ ਪੈਂਦਾ ਹੋਵੇ ਉੱਤੇ ਲੈਂਟਰ ਪਿਆ, ਕੋਈ ਗੱਲ ਨਹੀਂ, ਅੰਦਰ ਭੱਠੀਆਂ ਬਲਦੀਆਂ ਨੇ, ਲੰਗਰ ਤਿਆਰ ਹੁੰਦਾ ਰਹਿਣਾ। ਲੰਗਰ ਖੁੱਲ੍ਹੇ 'ਚ ਹੁੰਦਾ ਸੀ, ਬਸ ਮੀਂਹ ਨੇ ਸਮਾਂ ਹੀ ਨਹੀਂ ਦਿੱਤਾ ਕਿ ਲੰਗਰ ਕੋਈ ਤਿਆਰ ਕਰੇ, ਕਿਸੇ ਨੂੰ ਮਿਲੇ। 24000 ਸੰਗਤਾਂ ਨੇ। ਭੋਜਨ ਕਰਨ ਨਹੀਂ ਬਿਦ ਹੋਈ, ਭੁੱਖੇ ਬਹੁਤ ਭਏ ਸਭ ਲੋਈ। ਬਸ ਭੋਜਨ ਤਿਆਰ ਕਰਨ ਦਾ ਕੋਈ ਸਾਧਨ ਸੁਝੇ ਨਹੀਂ, ਕੋਈ ਬਣੇ ਨਹੀਂ। 2 ਦਿਨ ਲੰਘ ਗਏ। ਆਈਆਂ ਹੋਈਆਂ ਸੰਗਤਾਂ ਜਿਹੜੀਆਂ ਨੇ ਬਹੁਤ ਭੁੱਖ ਨਾਲ ਵਿਆਕੁਲ ਨੇ। ਅਵਸਰ ਕਰਨ ਨਾ ਪਾਏ ਆਹਾਰਾ, ਜਹ ਜਹ ਪਸਰ ਰਹੋ ਬਹੁ ਬਾਰਾ। ਕਿਉਂਕਿ ਭੋਜਨ ਤਿਆਰ ਕਰਨ ਦਾ ਸਮਾਂ ਹੀ ਨਹੀਂ ਮਿਲ ਰਿਹਾ, ਅਵਸਰ ਹੀ ਨਹੀਂ ਮਿਲ ਰਿਹਾ। ਸਾਰੇ ਪਾਸੇ ਜਿੱਧਰ ਦੇਖੋ ਪਾਣੀ ਹੀ ਪਾਣੀ ਹੈ, ਉੱਤੋਂ
पानी रुक भी नहीं रहा, मीह पै ही रहा है। श्री गुर तब धर्मशाल मझारी, बैठे हुते भीर तह भारी। धन गुरु नानक देव सच्चे पातशाह जो धर्मशाला दे विच बैठे ने, और धर्मशाला दे विच जिन्ने कुछ सिख बैठ सकते सन, एंड धर्मशाला भी भरी हुई, पूरी भीड़ लगी है। सिख संगतां गुरु साहब के कोल बैठियां ने। दोहरा श्री चंद लक्ष्मी चंद प्रित लहणा अर नर बृंद। हुण इन्हां दे विच सतगुरु धन गुरु नानक साहब जी के वड्डे पुत्र श्री चंद जी वो भी बैठे ने, छोटे पुत्र लक्ष्मी चंद भी बैठे ने। इत्थे भाई लहणा जी तो होर जिहड़े सिख ने वो भी बैठे ने, बाबा बुढ़ा जी बैठे ने। बैठे सर्ब समीप ही मत बेदे कुल चंद। इन्हां सारिਆਂ ਦੇ ਵਿਚਕਾਰ बेदे कुल ਦੇ दीपक धन गुरु नानक साहब जी बैठे हुए सन। सब संगत को भूख विसाला, व्यापी पीरा लकी कृपाला। हुण धन गुरु नानक देव सच्चे पातशाह जी तो जानते ने कि भुख दे नाल सारे बड़े व्याकुल ने, और सिखां नूं पता है कि 2 दिन हो गए लंगर किसे नहीं छकिया, मीह ने समय नहीं दिता। श्री चंदे को आए सकीनन, बरखा होत बिते दिन तीनन। तीसरा दिन भी चढ़ गया, अद्धे तो ज़्यादा दिन तीसरा दिन भी लंघ गया, पर मीह जिहड़ा वो नहीं रुकिया। धन गुरु नानक देव सच्चे पातशाह जी ने अपने वड्डे पुत्र बाबा श्री चंद नूं कोल बुलाया है, तो कहते ने पुत्र देख 3 दिन हो गए मीह पैंदे नूं, मीह नहीं रुक रहा। भई सुदा तुर संगत पूरी, उठो तात कीजै कृत रूरी। धन गुरु नानक देव सच्चे पातशाह कहते ने पुत्र श्री चंद उठो, एक काम करो तो छेती दे नाल करो, संगत बड़ी भुखी है, बहुत सारे नूं भुख लगी है। तार किकर के वहर जो ठांडे, चढ़ उपर झूणो गह गाडे। ते बाबा श्री चंद जी कहते ने गुरु पिता जी करना की है, हुक्म करो। हुणे आपां कहते आपां भी दिंदे हुक्म करो। तो एक बेनती होर करदे, बाबा श्री चंद दा इत्थे मुनकर होना, हुक्म ना मनना। इतों ये ना कहिए कि बाबा श्री चंद जी मुनकर हो गए, ये असल में गुरु साहब की अपनी लीला है, क्योंकि बाबा श्री चंद तो शुरू तो ही वो उदासी ने, वो उदास मत दे विच ही लीन रहिंदे ने। संगतां नाल बहुता मेल मिलाप भी नहीं रखते, घर गृहस्थी तो भी दूर ही रहिंदे ने। पर गुरु साहब ने इत्थे खेड वरताई, पहलों श्री चंद नूं कहा है कि पुत्र बाहर किकर दे रुख ने, आ सामने वड्डे रुख ते चढ़, उत्ते चढ़ के किकर दे टाणे नूं फड़ के झूम। अणक प्रकार हाहार सुगिरही, संगत खाए शुदा को हरही। सतगुरु कहते हैं जदों उत्ते चढ़ के पुत्र इस नूं हिलाएगा ना चूणेगा, इतों उतों बड़े तरह के पकवान डिगणगे, संगतां भुखियां नूं खा लैणगियां। बहुर जबै बरका हट जै है, होए सुखी तब सदन सदा है। सतगुरु जी कहते हैं फिर जदों मीह रुक जाएगा, चलो लंगर तैयार करके भी छका देंगे, सुखी होकर फिर आराम नाल संगतां आपो अपने घरां नूं जाणगियां। पर हुण इक्को ही चारा कि उत्ते किकर दे चढ़, इनू चूण उतों मठियाइयां डिगणगियां। श्री चंद बाणी सुन तब प्राही, पित के पच प्रतीत जिस नाही। बाबा श्री चंद ने जो गुरु साहब जी के पिता गुरु के बचन सुने, इन्हां बचनों पर भरोसा नहीं किया। असल में भरोसा ना करना ये भी गुरु साहब की अपनी लीला कह लीए, क्योंकि बाबा श्री चंद जी धन गुरु नानक देव सच्चे पातशाह जी के पुत्र होना, लक्ष्मी चंद जी का पुत्र होना, ये भी बड़ी वड्डी एक करामात कह ली कि बड़ी वड्डी इन्हां दी भगती है।
पर इत्थे आके शायद वो भगती काम नहीं आई, प्रतीत नहीं आई गल, तो भरोसा नहीं बनया। बिटपन संग असन किन लायो, अवलोक्यो न किसू सुनायो। बाबा श्री चंद जी कहते हैं, पिता जी किकरां नूं भोजन किन्ने लाया है? किकरां नूं लड्डू लगे हुए, शक्कर पाड़े लगे हुए अज तक कदे वेखे तो नहीं, ना ही सुने ने। उत्ते कोई लुवाई बैठा है? पूर्व कबे ना हुई ऐसे, आप बचन भागत हो जैसे। और जिन्हां दा भरोसा ना हो, फिर वो उन्होंने नज़र ही आउंदा कि किकरां दे उत्ते ते किकर ही लगे ने, कंडे लगे ने। सतगुरु जी इस तो पहलों गुरु पिता जी कदे नहीं हुई, ना इवें दी गल कदी किसी ने कही, ना असीं वेख्या ना सुनिया। ये गल्लां तुसीं किवें ਦੀਆਂ करदे? सिद्ध मुनि आर जे अवतारा, किन्हू अस नह बचन उचारा। हुण बाबा श्री चंद जी कहते हैं, वड्डे वड्डे सिद्ध होए, मुनि होए, बड़े अवतार आए, पर पिता जी इवें दा बचन तो किसी भी नहीं किया कि किकर ते चढ़ो मिठाइयां चढ़नगियां। हुण इहदा देखो अर्थ दो निकलते हैं, एक तो गल नूं ना मनना, ते दूजी ये गल कहना कि वड्डे वड्डे अवतार होए पर इवें दी गल किसी ने कही। हुण इहदा जे भावार्थ समझिए कि गुरु पिता जी बजुर्ग हो गए, कि शायद इन्होंने समझ नहीं रही। ज्यों विपरीत आप फुरमावो, हों न करो नर बीच लजावो। पर पिता जी ये जिहड़े बचन तुसीं कह रहे हो बिल्कुल विपरीत ने ते पुठे ने, कि किकरां तो भी मठियाई कदे डिग्गियां ने। ना ना मैं तो नहीं जाता। श्री चंद जी कहते लोगों के विच जाके मैं शर्मिंदे होना है, कि मैं उत्ते चढ़ा, उत्तों जाके हिलावा, उत्तों डिगण कंडे, लोग तो ताड़ियां मार के हस पणगे कि मिठाइयां लाउण गया सी। मैं तो शर्मशार हो जाना, मैं नहीं जे जाता। जान्यो तात प्रतीत बहीना, प्रभ तब दुतीय संग बच के ना। असल में गुरु साहब ने परख करनी सी, पुत्रां दे भी अगे सिखां दे भी करनी है। फिर भाई लैणा जी ने इस परख दे विच जिहड़ा पूरा उतरना है। गुरु साहब ने जानिया कि बचना ते प्रतीत नहीं, भरोसा नहीं। प्रभ तब दुतीय संग बच के ना। दूजे पुत्र फिर बाबा लक्ष्मी चंद नाल गुरु साहब ने बचन कीते, लक्ष्मी दास सुनो सुत आयस, करो किरत यह बिलम गवायस। सतगुरु जी कहते हैं, पुत्र लक्ष्मी दास फिर ये काम तू ही कर, देर ना ला, बिना देर तो काम छेती नाल कर। बहर महे रहो झूणो जाई, संगत सगरे लेहू बुलाई। पुत्र लक्ष्मी दास सारी संगत नूं बुला लै, ते बाहर जाके किकर दे उत्ते चढ़ जाओ, उस रुख नूं जाके उत्तों चूण। बहु भूखे तृपतापू अच्छे, करे नहीं तब आवो पाछे। सतगुरु जी कहते हैं, पुत्र लोगों नूं बड़ी भुख लगी है, संगत भुखी है। भोजन तो तृप्त जदों हो जाण, सारे रज जाण, कहते जदों सारे ना कह देन कि बस होर नहीं चाहिए, पुत्र लक्ष्मी दास उदों ही रुख तो थले उतरना है। तिस विद उतर दीनो ताही, पितर जाए चित मानत नाही। पर लक्ष्मी दास ने उसी तरह उत्तर दिता कि पिता जी वड्डे भरा ने जो कुछ किया वो ठीक कहते हैं, इहदा मतलब तुसीं ठीक नहीं कहते, मतलब यही है। भावें ये नहीं कहा कि तुसीं ठीक नहीं कहते, पर कहते पिता जी नहीं, जो वड्डे भरा ने कहा उन्होंने ठीक किया है। और मेरा भी जवाब यही है कि किकरां नूं मठियाइयां थोड़ी लगदियां ने। द्वै सुत लखे प्रीत न आई, उचित ना एहो विशाल वड्याई। दोवां पुत्रां ने यह समझा कि गुरु साहब जी जो बचन कर रहे हैं शायद हुण इन्हां नूं समझ नहीं रही। ये कह दे कि गुरु साहब के बचनों पर इन्होंने विश्वास किया ही नहीं, प्रतीत नहीं आई।
उत्तम हुतो दासण माही, लहणे संग गिरा पुन प्राही। ते सेवकां दे विचों जिहड़े सब तो उत्तम सेवक ने धन गुरु अंगद देव सच्चे पातशाह जी भाई लहणा जी कहते उदों गुरु साहब जी ने फिर उधर इशारा किया कि भाई लहणे भाई पुरखा, लहणे उठो सो लहणा तो ही, पूर्ण करो जो आए समोही। और सतगुरु जी ने बचन पता की कहे, लहणे उठो सो लहणा तो ही। कहते भाई लहणे उठ, तू ही लैना है। हुण ये गल सतगुरु धन गुरु नानक साहब जी जानते हैं की लैना है। लैने उठ तू ही लैना है, जो साडी आग्या है उन्होंने छेती दे नाल पूरी करो। संगत सगरी लेहो पिशारी, हवै तुम जावो सबन अगारी। सतगुरु कहते ने सारी संगत नूं बुलाओ, अपने पिछे लाओ, तुसीं सारिआं दे अगे हो के चलो। हुण इत्थे रमज भी है, इशारा भी है कि संगत दे अगे तुसीं ही लगना, सारी संगत तुहाडे पिछे ही लगनी है। उरे जिथे जे थोड़ी बहुती कच्ची प्रतीत हुंदी कि भरोसा है भी ते नहीं भी, तो फिर साडे वर्गे ने दलीलां देनी सन, पहलों चढ़ के वेखते लवां, हिला के वेखते लवां उत्तों कुछ डिगदा कि नहीं। पर धन ने भाई लहणा जी कहते वहर जे साखे झूणो निके, देहो आहार भावते जिके। सतगुरु जी कहते हैं भाई लहणा जी बाहर जाओ, वो सामने किकर का रुख उत्ते चढ़ के उन्होंने झूणो, तो जिहड़ा जिहड़ा किसी को भोजन चाहिए जिवें दे कोई मन दे विच भावना करेगा उवें दे भोजन डिगेगा, सब नूं छकाओ। सुनकार तन पार पट न संभारा, उठ कै तूरण निकस्यो दुआरा। बस भाई लहणा जी तो गुरु साहब के चेहरे वाल वेखते रहते सन कि कहण दी भी लोड़ नहीं पई, उत्ते चढ़ो इशारा ही किया है। तो भाई लहणा जी ने अपने कपड़े भी नहीं संभाले, उठ लग्या ये भी नहीं देखा कि जो मुढ़े ते परना कि तो थले डिग्या तो नहीं, पैरों 'च जुत्ती पाई कि नहीं पाई, किकर उत्ते चढ़ना है। बस उस वेले उठ के 7 बजन कह के भाई लहणा जी अगे के चल पे। सगरे संगत संग बुलाई, बिटप बिलोक चढ़ियो तब धाई। और भरोसा गुरु साहब के बचना ते इन्ना है, पहलों संगत बता ली सारी कि भाई आ जाओ, 3 दिन हो गए न कुछ खाने नहीं मिलिया, आ जाओ कुछ छक लो, कुछ ना कुछ छकण वास्ते मिलेगा। सारी संगत बुलाई और धन भाई लहणा जाके सीधे किकर दे रुख दे उत्ते चढ़ गए। कहे प्रकांड सजोर हिलाए, गिरत पिखे भोजन बहुला पाए। उत्ते चढ़ के भाई लहणा जी ने एक टाणी नूं फड़िया, पूरे जोर दे नाल हिलाया, और जिवें टाणी नूं हिलाया उत्थों किते लड्डू, किते शक्कर पासे, कितों जलेबियां डिग रही ने। संगतां ने थल्ले कपड़े विछाए, तो जिवें जिवें तो किसी ने विचार भी की ना मन में कि मेरे वास्ते ये कुछ आ जाए, उवें दे मिठाइयाँ उवें दे पकवान तो डिगे, मन पाउंदे सब ने छके। मोदक ससुकल परखा पूरी, पिगत सर्ब पा अचरज पूरी। कहते किते लड्डू, मोदक कहते ने लड्डू, मिठे लड्डू, शुष्कल जलेबियाँ, परपा पूड़ियाँ, किते पूड़ियाँ ते किते पूड़े डिगते हैं। ये वेखते लोग हैरान भी हो रहे हैं, पर जिन्होंने 3 दिन तो बाद कुछ छकन नूं मिले वो हैरान घट होंदे ने। पहलों तो वेखते हैं कि जो कुछ हाथ च आया पहलों नूं खाइए, नाले खाते ने खुश होंदे, नाले हैरान हो रहे हैं कि किकर तो भी इन्ना कुछ डिग सकता है। अध कशुदा मैं हुते बेहाला, अचवन लागे स्वाद विशाला। एक तो 3 दिन तो भुखे सन, तो देखो इवें दे पकवान जिहड़े ने ना, बंदा रज्जा होवे चंगा भावें 2 रोटियां वध भी खाधियां होण,
और लड्डू जलेबियाँ सामने आ जान कहते गर्म गर्म जी 2-4 तो खाई जाता है। एक 3 दिन तो बाद मिलिया दूजा इन्ना स्वादी भोजन कि स्वादां दे नाल लोग रज रज के खांदे ने। ज्यों ज्यों चूने बिटपण सो, त्यों त्यों गिरहे खाए सब को। जिवें जिवें पाई लैना जितों टाहणियां नूं चूणदे ने उवें उवें उत्तों पकवान डिग्गी जाते हैं, उत्तों मिठाइयां डिग रही ने, लोग खा रहे हैं। नाना भांत परहे तारे आई, लगे न दिसे परत दिसाई। अनेकां तरह के पकवान उत्तों डिगदे ने, थले सिखां ने जिहड़े कपड़े विछाए ने फड़े उत्ते आके उत्ते डिगदे ने, पर नज़र नहीं आउंदे। भाई बाबा श्री चंद जी कहते सन उत्ते कोई हलवाई बिठाया है। लक्ष्मी दास जी कहते सन किकरां नूं ते कंडे लगदे ने, और वेखण वाले नूं किते नहीं लगता कि देखो बेरियां दे नाल बेर लगे ने। इत्थे बाहर भी दूरों पता लगता कि बेर लगे ने, वेखण नूं लगता कि कंडे ही ने, किकर नूं लगदे भी कंडे ही ने। नज़र नहीं आउंदा, पर जदों थल्ले डिगदे ने पता लगता है कि डिगे ने। कित्थों डिगदे ने कि कोई किसी नूं समझ नहीं लग रही। अचरज भेगत जाए न जानी, धन धन कह गुर गुण खानी। लोग हैरान होंदे ने पर खाई जाते हैं, नाल कही जाते हैं कि धन गुरु नानक साहब जी तुसीं धन हो, तुसीं गुणां दी खाण हो, तुहाडे लीला नूं कोई नहीं जान सकता। एक तो भूखे बासर तिन, मिलियो न अवसर असन न किन। कविराज फिर कहते हैं एक तो 3 दिन तो भूखे सन, खाना खाण का तो बनाउण का मौका ही नहीं सी मिलिया। दुती है साध में मिलियो आहारा, खाए अधिक सुख हृदय उदारा। तो दूजा जिहड़ा भोजन है बहुता स्वाद मिल गया, क्योंकि लंगर तैयार हुंदा जी तो हो सकता दाल फुलके बनना सी, पर इत्थे ते लड्डू भी आ रहे हैं, जलेबियाँ भी आ रही हैं। और जिहड़ी संगत है लोग ने उन्होंने होर ज़्यादा रज रज के खाधा है। चिरंकार हो अचवा गाए, भय तृप्त एव मुखे लाए। क्योंकि समा तो लगना सी 24,000 संगतां का इकट्ठ सी, और 24,000 लिए जे लंगर तैयार करना होवे तो वड्डा वड्डा जिथे प्रबंध होवे करे उत्थे भी ये कह लिए कि पूरी वाह लग जाती है। पर इत्थे इक्को ही रुख है और इक्को ही भाई लैणा जी ने। सारे जदों रज के सब ने ना कर दी, 24,000 दे 24,000 रजे। थल्लों आवाज़ आई कि बस करो भाई, सारे रज गए ने। बिसंत 4,000 होते नर, सब तिपत्राए रहो हरख पर। बिसंत 4,000, बिसंत 20 ते उनदे नाल चतुर 4 होर, 20 ते 4 24,000 लोग सन। सब तृप्ताए रहो हरख खाए, सारे रज के सारे बड़े प्रसन्न ने। अगे सतगुरु जी जिवें फिर कृपा होर कर देने, सिखां दे अगे परख होर होनी है, वो सतगुरु जी कृपा करन। धन गुरु नानक देव सच्चे पातशाह जी का प्रसंग है, ये कह लिए कि नाल ही धन गुरु अंगद देव सच्चे पातशाह का इतिहास ये भी शुरू हो चुके हैं। भाई लैणा के रूप में गुरु साहब जी सेवा कर रहे हैं। अगे सतगुरु जी जिवें कृपा करनगे कल विचारांगे। होईयां भुल्लां दी खिमा। एक बारी फिर संगतां नूं नवें साल की लख लख वधाई। आओ 1-2 मिनट रसना दे नाल हाज़री लवाइए जी, फिर समाप्ति है जी। वाहे गुरु